तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਨਾਮ ਧੰਨ ਵਾਹਿਗੁਰੂ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਨਾਈ। ਨਾ ਹਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਧਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਨਾ। ਜਿਨ ਤੂੰ ਨਾਹੀ ਵਿਸਰਿਆ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ। ਘਰ ਨੌ ਨਿਦ ਆਵੈ ਤਾਏ। ਤੇਗ ਬਹਾਦਰ ਸਿਮਰਿਐ। ਘਰ ਨੌ ਨਿਦ ਆਵੈ ਤਾਏ। ਸਭ ਥਾਈ ਹੋਏ ਸਹਾਈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਅਤੇ ਦੇਸ਼ ਵਿਦੇਸ਼ ਅੰਦਰ ਘਰਾਂ ਵਿੱਚ ਬੈਠ ਕੇ ਆਪ ਸੰਗਤ ਨੌਵੇਂ ਗੁਰਦੇਵ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਜੀਵਨ ਇਤਿਹਾਸ ਨੂੰ ਆਪ ਜੀ ਸਰਵਨ ਕਰ ਰਹੇ ਹੋ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਗੁਰੂ ਚਰਨਾਂ ਦੇ ਵਿੱਚ ਮਨ ਜੋੜਨਾ ਕਰੀਏ। ਆਪ ਵਡਭਾਗੇ ਹੋ ਕਰਕੇ ਰੋਜ਼ਾਨਾ ਹੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਜੀਵਨ ਨੂੰ ਸਰਵਨ ਕਰ ਰਹੇ ਹੋ। ਮਨ ਬਿਰਤੀਆਂ ਇਕਾਗਰ ਕਰੋ। ਅਦਬ ਪਿਆਰ ਸਤਿਕਾਰ ਦੇ ਨਾਲ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਆਓ, ਹਾਜ਼ਰੀ ਲਗਵਾਓ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਪਿਛਲੇ ਦੀਵਾਨ ਦੇ ਵਿੱਚ ਸਰਵਣ ਕੀਤਾ ਕਿ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ
ਇਹ ਸਿੱਖ ਗੁਰਸਿੱਖੜੇ ਜਿਹੜੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਬੈਠਣਾ ਤੇ ਉਹਨਾਂ ਮਰ ਜੀਵੜਿਆਂ ਨੇ ਜੀਵਨ ਜੁਗਤ ਸਤਿਗੁਰ ਮਹਾਰਾਜ ਜੀ ਤੋਂ ਪੁੱਛਣੀ ਕਿ ਮਹਾਰਾਜ ਦੱਸੋ ਕਿਵੇਂ ਜੀਵਨ ਸੁਚੱਜਾ ਬਣ ਸਕਦਾ ਹੈ, ਕਿਵੇਂ ਕਰਮਾਂ ਦਾ ਨਾਸ਼ ਹੋ ਸਕਦਾ ਹੈ। ਮਹਾਰਾਜ ਇਹ ਦੱਸੋ ਕਿ ਕਿਵੇਂ ਅਸੀਂ ਇਸ ਮਮਤਾ ਦੇ ਇਸ ਮੋਹ ਦੀਆਂ ਬੇੜੀਆਂ ਦੇ ਵਿੱਚੋਂ ਛੁੱਟ ਸਕਦੇ ਹਾਂ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਸਵਾਲ ਪੁੱਛਣੇ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਗੁਰਸਿੱਖਾਂ ਨੂੰ ਪਾਵਨ ਬਾਣੀ ਦੇ ਰਾਹੀਂ ਸਤਿਗੁਰ ਮਹਾਰਾਜ ਜੀ ਨੇ ਉਹਨਾਂ ਨੂੰ ਜੀਵਨ ਜਾਚ ਬਖਸ਼ਿਸ਼ ਕਰਨੀ। ਸਿੱਖਾਂ ਨੇ ਸਵਾਲ ਕਰਨਾ ਕੀਤਾ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੱਸਦੇ ਨੇ ਕਿ ਇਹ ਮੋਹ ਕੀ ਹੈ, ਕਿਵੇਂ ਇਹ ਬੇੜੀਆਂ ਟੁੱਟ ਸਕਦੀਆਂ ਨੇ, ਕਿਵੇਂ ਇਹ ਮਨ ਦੇ ਵਿੱਚੋਂ ਮੋਹ ਦਾ ਨਾਸ਼ ਹੋ ਸਕਦਾ ਹੈ। ਜੈਤਸਰੀ ਰਾਗ ਦੇ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਾਵਨ ਸ਼ਬਦ ਉਚਾਰਨ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਤਰਤੀਬ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੱਕ ਜਿਹੜੇ ਨੇ 30 ਰਾਗਾਂ ਦੀ ਵਰਤੋਂ ਸਤਿਗੁਰ ਮਹਾਰਾਜ ਜੀ ਨੇ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ 30 ਰਾਗਾਂ ਦੇ ਵਿੱਚ ਬਾਣੀ ਉਚਾਰੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਅਖੀਰਲਾ ਰਾਗ ਹੈ 31ਵਾਂ ਰਾਗ ਜੈਜਾਵੰਤੀ ਇਸ ਰਾਗ ਦਾ ਨਾਮ ਹੈ ਤੇ ਇਹਦੇ ਵਿੱਚ ਕੇਵਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸਾਨੂੰ ਪ੍ਰਾਪਤ ਹੋਈ। ਪਿਛਲੇ 30 ਰਾਗਾਂ ਦੇ ਵਿੱਚ ਸਤਿਗੁਰ ਮਹਾਰਾਜ ਭੱਟ ਸਾਹਿਬਾਨ, ਭਗਤ ਸਾਹਿਬਾਨ, ਕਿਉਂਕਿ ਭੱਟਾਂ ਦੀ ਬਾਣੀ ਰਾਗ ਰਹਿਤ ਬਾਣੀ ਹੈ ਜਿਹੜੇ ਸਵਈਏ ਅਸੀਂ ਦਰਸ਼ਨ ਕਰਦੇ ਹਾਂ। ਭਗਤਾਂ ਦੀ ਬਾਣੀ ਰਾਗਬੱਧ ਬਾਣੀ ਹੈ ਤੇ ਉਹ ਵੀ ਪਹਿਲੇ 30 ਰਾਗਾਂ ਦੇ ਵਿੱਚ ਹੀ ਸਤਿਗੁਰ ਮਹਾਰਾਜ ਜੀ ਨੇ ਉਹਨੂੰ ਅੰਕਿਤ ਕੀਤਾ, ਸੰਪਾਦਨ ਕੀਤਾ। 31ਵਾਂ ਰਾਗ ਦੇ ਵਿੱਚ ਕੇਵਲ ਜਿਹੜੀ ਬਾਣੀ ਹੈ ਉਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਦੱਸੋ ਫਿਰ ਇਹ ਜਿਹੜੇ ਮਮਤਾ ਦੇ ਮੋਹ ਦੇ ਜੰਜਾਲ ਨੇ ਸਤਿਗੁਰ ਮਹਾਰਾਜ ਇਹ ਕਿਵੇਂ ਟੁੱਟ ਸਕਦੇ ਨੇ, ਸਰੀਰ ਜਿਹੜਾ ਹੈ ਇਹ ਬਣਿਆ ਰਹਿੰਦਾ ਹੈ, ਇਹ ਸਰੀਰ ਦਾ ਮੋਹ ਕਿਵੇਂ ਖਤਮ ਹੋਏਗਾ, ਕਿਵੇਂ ਇਸ ਸਰੀਰ ਦੇ ਵਿੱਚੋਂ ਸਾਨੂੰ ਮੁਕਤੀ ਪ੍ਰਾਪਤ ਹੋਏਗੀ। ਸਤਿਗੁਰ ਮਹਾਰਾਜ ਕਿਰਪਾ ਕਰਦੇ ਨੇ, ਭੁੱਲਿਓ ਮਨ ਮਾਇਆ ਉਰਝਾਇਓ। ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਦਸ਼ਾ ਤੇ ਦਿਸ਼ਾ ਦਾ ਜਿਹੜਾ ਹੈ ਉਹੀ ਗੁਨਾਹ ਬਣ ਜਾਂਦਾ ਹੈ, ਉਹਦੇ ਕਰਕੇ ਇਹ ਜੀਵ ਕਰਮਾਂ ਦੇ ਵਿੱਚ ਵੱਜਿਆ ਹੈ। ਜਿਸ ਵੇਲੇ ਤੱਕ ਦਿਸ਼ਾ ਠੀਕ ਨਾ ਹੋਵੇਗੀ ਉਹਦੀ ਦਸ਼ਾ ਵੀ ਠੀਕ ਨਹੀਂ ਹੋ ਸਕਦੀ। ਜੇ ਰਸਤਾ ਗਲਤ ਚੁਣਾਂਗੇ ਤੇ ਮੰਜ਼ਿਲ ਸਹੀ ਨਹੀਂ ਮਿਲ ਸਕਦੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿ ਮਨ ਜਿਹੜਾ ਹੈ ਇਹ ਮਨ ਇੱਕ ਤਾਂ ਇਹ ਹੈ ਕਿ ਇਹ ਭੁੱਲਿਆ ਹੋਇਆ ਹੈ। ਭੁੱਲਿਆ ਕਿਸ ਪਾਸਿਓਂ ਹੈ? ਮਹਾਰਾਜ ਕਹਿੰਦੇ ਨੇ ਇਹ ਨਾਮ ਵਾਲੇ ਪਾਸੇ ਤੋਂ ਭੁੱਲ ਗਿਆ, ਇਹ ਰੱਬ ਨੂੰ ਭੁਲਾ ਬੈਠਾ, ਇਹ ਸਿਮਰਨ ਨੂੰ ਭੁਲਾ ਬੈਠਾ, ਇਹ ਸੰਗਤ ਨੂੰ ਭੁਲਾ ਬੈਠਾ, ਇਹ ਸੱਚ, ਧਰਮ, ਦਇਆ, ਸੰਤੋਖ ਇਤਿਆਦਿਕ ਜਿਹੜੇ ਸ਼ੁਭ ਕਰਮ ਸੀ ਉਹਨਾਂ ਨੂੰ ਇਹਨੇ ਭੁਲਾਇਆ ਹੈ। ਭੁੱਲਿਓ ਮਨ ਮਾਇਆ ਉਰਝਾਇਓ। ਤੇ ਮਹਾਰਾਜ ਕਹਿੰਦੇ ਨੇ ਇੱਕ ਪਾਸਿਓਂ ਇਹ ਰੱਬ ਵਾਲੇ ਪਾਸੇ ਤੋਂ ਟੁੱਟਦਾ ਹੈ ਤੇ ਦੂਸਰੇ ਪਾਸੇ ਇਹ ਮਾਇਆ ਦੇ ਵਿੱਚ ਉਰਝਿਆ ਪਿਆ ਹੈ, ਮਾਇਆ ਦੇ ਵਿੱਚ ਫਸਿਆ ਪਿਆ ਹੈ। ਮਾਇਆ ਇਹਨੂੰ ਜਿਹੜੀ ਹੈ ਆਪਣੇ ਵਿੱਚ ਇਹਨੂੰ ਫਸਾ ਕੇ ਆਪਣੇ ਕਲਾਵੇ ਦੇ ਵਿੱਚ ਲੈ ਕਰਕੇ ਬੈਠ ਗਈ ਹੈ। ਕੱਲਾ ਧਨ ਮਾਇਆ ਨਹੀਂ, ਜਿੰਦੇ ਕਰਕੇ ਵੀ ਰੱਬ ਭੁੱਲਿਆ ਉਹ ਹਰ ਇੱਕ ਚੀਜ਼ ਮਾਇਆ ਹੋ ਕੇ ਇਹਨੂੰ ਵਿਆਪੀ। ਸਤਿਗੁਰ ਮਹਾਰਾਜ ਕਹਿੰਦੇ ਨੇ ਫਿਰ ਇਹਨੇ ਮਾਇਆ ਦੇ ਆਸ਼ਰਿਤ ਹੋ ਕਰਕੇ ਭੁੱਲੇ ਹੋਏ ਮਨ ਨੇ ਰੱਬ ਦਾ ਅੰਦਰ ਜਿਹੜਾ ਸੀ ਉਹ ਗਿਆਨ ਨਹੀਂ ਸੀ, ਸੁਚੇਤ ਨਹੀਂ ਸੀ। ਜਿਵੇਂ ਅੱਖਾਂ ਦੇ ਉੱਤੇ ਕੋਈ ਪੱਟੀ ਬੰਨ੍ਹ ਕਰਕੇ ਤੁਰੇਗਾ ਤੇ ਉਹ ਠੇਡੇ ਜ਼ਰੂਰ ਖਾਵੇਗਾ, ਨਾ ਹੀ ਉਹਨੂੰ ਅਸਲ ਮਾਰਗ ਦਿਖਾਈ ਦੇਵੇਗਾ। ਸਤਿਗੁਰ ਮਹਾਰਾਜ ਕਹਿੰਦੇ ਨੇ ਫਿਰ ਅੰਨੇ ਬੰਦੇ ਨੇ ਜਿੰਨੇ ਕਰਮ ਕਰਨੇ ਸੀ ਉਹਦੇ ਕਰਮ ਵੀ ਅੰਨਿਆਂ ਵਰਗੇ ਸੀ, ਅਗਿਆਨਤਾ ਦੇ ਵਿੱਚ ਸੀ। ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਇਹ ਉਪਦੇਸ਼ ਵੀ ਦਿੱਤਾ ਕਿ ਜਿੰਨੀ ਦੇਰ ਤੱਕ ਗਿਆਨ ਰੂਪੀ ਸਾਨੂੰ ਸੁਰਮਾ ਪ੍ਰਾਪਤ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਹਨੇਰੇ ਵਿੱਚ ਹੀ ਭਟਕਦੇ ਰਹਿੰਦੇ ਹਾਂ। ਗਿਆਨ ਅੰਜਨ
ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮਨ ਦੇ ਵਿੱਚ ਚਾਨਣਾ ਪ੍ਰਕਾਸ਼ ਉਦੋਂ ਹੁੰਦਾ ਜਿੱਦਣ ਗਿਆਨ ਰੂਪੀ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਫਿਰ ਅਗਿਆਨਤਾ ਦੇ ਵਿੱਚ ਕੀ ਕੀ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਜੋ ਕਰਮ ਕੀਓ ਲਾਲਚ ਲੱਗ, ਤਹਿ ਤਹਿ ਆਪ ਬੰਧਾਇਓ। ਜਿਹੜੇ ਜਿਹੜੇ ਵੀ ਕਰਮ ਕੀਤੇ, ਜਿੰਨੇ ਵੀ ਕਰਮ ਕੀਤੇ, ਦਿਨੇ ਕੀਤੇ ਰਾਤ ਕੀਤੇ, ਜਦੋਂ ਵੀ ਕਰਮ ਕਰਦਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਜੋ ਕਰਮ ਕੀਓ ਲਾਲਚ ਲੱਗ, ਤਹਿ ਤਹਿ ਆਪ ਬੰਧਾਇਓ। ਉਹ ਹਰ ਕਰਮ ਨੇ ਤੇਰੇ ਅੰਦਰ ਜਿਹੜਾ ਸੀ ਉਹ ਜੰਜੀਰਾਂ ਪੈਦਾ ਕਰ ਦਿੱਤੀਆਂ, ਇਸ ਧਰਤੀ ਦੀ, ਇਸ ਮਾਤ ਲੋਕ ਦੀ ਖਿੱਚ ਪੈਦਾ ਕਰ ਦਿੱਤੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਕਰਮ ਜਿਹੜੇ ਨੇ ਉਹੀ ਇਹ ਨਿਰਣਾ ਕਰਦੇ ਨੇ ਕਿ ਜੀਵ ਨੇ ਇੱਥੇ ਸੰਸਾਰ ਤੇ ਦੁਬਾਰਾ ਜਨਮ ਲੈਣਾ ਹੈ ਕਿ ਮੁਕਤ ਹੋ ਜਾਣਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਕਰਮਾਂ ਦੇ ਕਰਕੇ ਫਿਰ ਸਰੀਰ ਮਿਲ ਜਾਂਦਾ ਹੈ। ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਜੋ ਜੋ ਕਰਮ ਕੀਓ ਲਾਲਚ ਲੱਗ, ਤਹਿ ਤਹਿ ਆਪ ਬੰਧਾਇਓ। ਹਰ ਕਰਮ ਨੇ ਇਹਦੇ ਵਾਪਸ ਧਰਤੀ ਤੇ ਰਹਿਣ ਦਾ ਜਿਹੜਾ ਸਿਲਸਿਲਾ ਬਣਾ ਦਿੱਤਾ। ਭਾਵੇਂ ਉਹ ਮਨੁੱਖਾ ਸਰੀਰ ਸੀ ਤੇ ਭਾਵੇਂ ਕਿਸੇ ਪਸ਼ੂ ਪੰਛੀ ਜੀਵਨ ਐਸਾ ਮਿਲਿਆ, ਜੂਨਾਂ ਮਿਲੀਆਂ। ਕਿਉਂਕਿ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ, ਭਗਤ ਜੀ ਦਾ ਅਸੀਂ ਸ਼ਬਦ ਪੜ੍ਹਦੇ ਹਾਂ। ਭਗਤ ਸਾਹਿਬਾਨ ਉਹਦੇ ਵਿੱਚ ਆਖਦੇ ਨੇ ਕਿ ਜੇਕਰ ਅੰਤਮ ਸਮੇਂ ਦੇ ਵਿੱਚ ਤੈਨੂੰ ਰੱਬ ਚੇਤੇ ਨਹੀਂ ਆਇਆ, ਰੱਬ ਦੀ ਯਾਦ ਹਿਰਦੇ ਵਿੱਚ ਨਹੀਂ ਆਈ, ਜੇਕਰ ਧਨ ਚੇਤੇ ਆ ਗਿਆ, ਫਿਰ ਕਹਿੰਦੇ ਨੇ ਤੂੰ ਸੱਪ ਦੀ ਜੂਨ ਵਿੱਚ ਚਲੇ ਜਾਏਂਗਾ। ਇਸਤਰੀ ਚੇਤੇ ਆ ਗਈ, ਵੇਸ਼ਵਾ ਦੀ ਜੂਨ ਵਿੱਚ ਚਲੇ ਜਾਏਂਗਾ। ਪੁੱਤਰ ਪਰਿਵਾਰ ਚੇਤੇ ਆ ਗਿਆ, ਸੂਰ ਦੀ ਜੂਨ ਮਿਲ ਜਾਏਗੀ। ਘਰ-ਬਾਰ ਚੇਤੇ ਆਉਂਦਾ ਹੈ, ਪ੍ਰੇਤ ਦੀ ਜੂਨ ਮਿਲ ਜਾਏਗੀ। ਪਰ ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮਹਿ ਜੇ ਮਰੇ। ਬਦਤ ਤਰਲੋਚਨ ਤੇ ਨਰ ਮੁਕਤਾ, ਪਿਤੰਬਰ ਵਾਕੇ ਹਿਰਦੇ ਵਸੇ। ਕਰਮ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਰਮ ਹੀ ਜੀਵ ਦਾ ਉਧਾਰ ਕਰਦੇ ਨੇ। ਕਰਮਾਂ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੀਵ ਦਾ ਜੀਵਨ ਜਿਹੜਾ ਹੈ ਪਰਮਾਤਮਾ ਦੇ ਵਿੱਚ ਲੀਨਤਾ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਜੋ ਜੋ ਕਰਮ ਕੀਓ ਲਾਲਚ ਲੱਗ, ਤਹਿ ਤਹਿ ਆਪ ਬੰਧਾਇਓ। ਸਮਝ ਨਾ ਪਰੀ ਵਿਖੇ ਰਸ ਰਚਿਓ, ਜਸ ਹਰ ਕੋ ਬਿਸਰਾਇਓ। ਕਹਿੰਦੇ ਨੇ ਅਸਲ ਦੇ ਵਿੱਚ ਨਾ ਨਾਮ ਦਾ ਜਿਹੜਾ ਰਸ ਸੀ ਉਹ ਨਹੀਂ ਮਿਲਿਆ, ਰਸ ਨੂੰ ਭੁੱਲ ਬੈਠਾ, ਜਿੰਦੇ ਕਰਕੇ ਜੀਵਨ ਅਮਰ ਹੋਣਾ ਸੀ, ਜਿੰਦੇ ਕਰਕੇ ਪਰਮਾਤਮਾ ਦੇ ਵਿੱਚ ਲੀਨਤਾ ਮਿਲਣੀ ਸੀ, ਜਿੰਦੇ ਕਰਕੇ ਜਿਉਂ ਜਲ ਮੈਂ ਜਲ ਆਏ ਖਟਾਨਾਂ ਵਾਲੀ ਅਵਸਥਾ ਬਣਨੀ ਸੀ, ਜਿੰਦੇ ਕਰਕੇ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਹੋਣਾ ਸੀ, ਜਿੰਦੇ ਕਰਕੇ ਇਹ ਅਵਸਥਾ ਬਣਨੀ ਸੀ ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਸਮਝ ਨਾ ਪਰੀ ਵਿਖੇ ਰਸ ਰਸਿਓ, ਵਿਖੇ ਰਸ ਰਚਿਓ। ਵਿਖਿਆ ਰਸ ਜਿਹੜਾ ਸੀ, ਝੂਠ ਦਾ ਸਵਾਦ ਜਿਹੜਾ ਸੀ, ਇਹ ਨਿੰਦਿਆ ਚੁਗਲੀ ਦਾ ਸਵਾਦ ਜਿਹੜਾ ਸੀ, ਹਉਮੈ ਹੰਕਾਰ ਦਾ ਜਿਹੜਾ ਸਵਾਦ ਸੀ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਵਿਖੇ ਰਸ ਰਚਿਓ, ਜਸ ਹਰ ਕੋ ਬਿਸਰਾਇਓ। ਰੱਬ ਦਾ ਨਾਮ ਜਿਹੜਾ ਸੀ ਉਹਨੂੰ ਭੁੱਲ ਬੈਠਾ ਤੇ ਸੰਸਾਰੀ ਰਸ, ਨਿੰਦਿਆ ਰਸ, ਚੁਗਲੀ ਰਸ, ਹੰਕਾਰ ਰਸ, ਕਾਮ ਰਸ, ਕ੍ਰੋਧ ਰਸ, ਮੋਹ ਰਸ, ਮਹਾਰਾਜ ਕਹਿੰਦੇ ਨੇ ਇਹਨਾਂ ਰਸਾਂ ਕਸਾਂ ਦੇ ਵਿੱਚ ਹੀ, ਧਨ ਦੇ ਰਸ ਦੇ ਵਿੱਚ, ਖਾਣ ਦੇ ਰਸ ਦੇ ਵਿੱਚ, ਜੀਵ ਦੇ ਰਸ ਦੇ ਵਿੱਚ, ਸਕਿਨ ਸਪਰਸ਼ ਦੇ ਰਸ ਦੇ ਵਿੱਚ ਮਹਾਰਾਜ ਕਹਿੰਦੇ ਨੇ ਤੂੰ ਫਸ ਗਿਆ। ਸਮਝ ਨਾ ਪਰੀ ਵਿਖੇ ਰਸ ਰਚਿਓ, ਜਸ ਹਰ ਕੋ ਬਿਸਰਾਇਓ। ਜਸ ਭੁੱਲ ਗਿਆ, ਨਾਮ ਭੁੱਲ ਗਿਆ, ਸੇਵਾ ਭੁੱਲ ਗਈ, ਸਿਮਰਨ ਭੁੱਲ ਗਿਆ। ਸੰਗ ਸੁਆਮੀ ਸੋ ਜਾਣਿਓ, ਨਾਹਨ ਬਨ ਖੋਜਨ ਕੋ ਤਾਇਓ। ਤੇ ਮਨ ਦੇ ਵਿੱਚ ਹੀ ਇਹ ਉਲਝਣਾ ਪਾ ਕੇ ਬੈਠ ਗਿਆ ਕਿ ਸ਼ਾਇਦ ਰੱਬ ਜਿਹੜਾ ਹੈ ਉਹ ਮੇਰੇ ਕੋਲ ਨਹੀਂ, ਉਹਨੂੰ ਲੱਭਣ ਵਾਸਤੇ ਮੈਨੂੰ ਜੰਗਲਾਂ ਵਿੱਚ ਜਾਣਾ ਪਏਗਾ, ਪਹਾੜਾਂ ਉੱਤੇ ਜਾਣਾ ਪਏਗਾ, ਫਿਰ ਜਾ ਕੇ ਮੈਨੂੰ ਰੱਬ ਦੀ ਪ੍ਰਾਪਤੀ ਹੋਏਗੀ, ਫਿਰ ਸ਼ਾਇਦ ਜਾ ਕੇ ਮੈਂ ਧਰਮੀ ਬਣ ਜਾਵਾਂ। ਕਿਉਂਕਿ ਸਤਿਗੁਰੂ ਮਹਾਰਾਜ ਇਸ ਹਕੀਕਤ ਨੂੰ ਜਾਣਦੇ ਸੀ, ਇਸੇ ਕਰਕੇ ਮਹਾਰਾਜ ਸਿੱਧਾਂ ਦੇ ਕੋਲ ਗਏ, ਜੋਗੀਆਂ ਦੇ ਕੋਲ ਗਏ, ਜਾ ਕੇ ਸਮਝਾਇਆ ਕਿ ਭਲਿਓ ਦੇਖੋ, ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਘਰ ਦੇ ਵਿੱਚ ਰਹਿ ਕੇ ਵੀ ਸੇਵਾ ਸਿਮਰਨ ਨਾਮ ਜਪਦਿਆਂ ਹੋਇਆਂ ਵੀ ਇਹ ਪ੍ਰਾਪਤੀ ਹੋ ਸਕਦੀ ਹੈ।
ਪਰ ਜਿਹੜੇ ਕਰਮ ਤੁਸੀਂ ਕਰਦੇ ਪਏ ਹੋ, ਇਹਨਾਂ ਕਰਮਾਂ ਦੇ ਨਾਲ ਤੁਹਾਨੂੰ ਕੁਝ ਸਿੱਧੀਆਂ ਮਿਲੀਆਂ, ਕੁਝ ਤਾਕਤਾਂ ਮਿਲੀਆਂ, ਉਮਰਾਂ ਤੁਹਾਡੀਆਂ ਬਹੁਤ ਲੰਮੀਆਂ ਹੋਈਆਂ, ਪਰ ਤੁਹਾਡੇ ਅੰਦਰ ਜਿਹੜਾ ਸੀ ਨਾਮ ਦਾ ਕਿਨਕਾ ਜਿਹੜਾ ਸੀ ਉਹ ਪੈਦਾ ਨਹੀਂ ਹੋ ਸਕਿਆ, ਤੇ ਹੰਕਾਰ ਤੁਹਾਡਾ ਜਿਹੜਾ ਸੀ ਉਹ ਅਸਮਾਨ ਨੂੰ ਛੂਹਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸੰਗ ਸੁਆਮੀ ਸੋ ਜਾਣਿਓ ਨਾਹਨ। ਜਿਹੜਾ ਤੇਰੇ ਨਾਲ ਰੱਬ ਬੈਠਾ ਹੋਇਆ ਉਹਨੂੰ ਤੂੰ ਜਾਣਦਾ ਨਹੀਂ। ਨਾਲ ਬੈਠੇ ਤੋਂ ਭਾਵ ਜਿਹੜਾ ਤੇਰੇ ਜਿੱਥੇ ਤੂੰ ਜਾਣਾ ਹੈ ਉੱਥੇ ਤੇਰੇ ਨਾਲ ਹੁੰਦਾ ਹੈ। ਜਿੱਥੇ ਹਰ ਅਰਾਧੀ ਤਿੱਥੇ ਹਰ ਮਿੱਤ ਸਹਾਈ। ਜਿੱਥੇ ਤੂੰ ਜਾਵੇਂਗਾ ਉੱਥੇ ਤੇਰੇ ਨਾਲ ਜਾਵੇਗਾ। ਤੇਰੇ ਹਿਰਦੇ ਵਿੱਚ ਬੈਠਾ ਪਰਮਾਤਮਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਮਾਲਕ, ਸਵਾਮੀ ਦੇ ਅਰਥ ਨੇ ਮਾਲਕ। ਸੰਗ ਸੁਆਮੀ ਸੋ ਜਾਣਿਓ ਨਾਹਨ, ਬਨ ਖੋਜਨ ਕੋ ਧਾਇਓ। ਤੇ ਆ ਉਜਾੜਾਂ ਦੇ ਵਿੱਚ ਤੂੰ ਤੁਰਿਆ ਫਿਰਿਆ, ਪੱਥਰਾਂ ਨੂੰ ਤੂੰ ਪੂਜ ਲਿਆ, ਦਰਖਤਾਂ ਦੀ ਤੂੰ ਪੂਜਾ ਕਰ ਲਈ, ਪਾਣੀਆਂ ਦੀ ਤੂੰ ਪੂਜਾ ਕਰ ਲਈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਬਨ ਖੋਜਨ ਕੋ ਧਾਇਓ। ਬਸ ਜੀਵਨ ਐਵੇਂ ਹੀ ਬਤੀਤ ਕਰ ਦਿੱਤਾ, ਐਵੇਂ ਹੀ ਬਸ ਤੁਰਿਆ ਫਿਰਦਾ ਰਿਹਾ ਕਿ ਜਿੰਦੇ ਕਰਕੇ ਮਹਾਰਾਜ ਕਹਿੰਦੇ ਨੇ ਜੀਵਨ ਦੀ ਸਮਝ ਨਹੀਂ ਪਈ। ਰਤਨ ਰਾਮ ਘਟ ਹੀ ਕੇ ਭੀਤਰ, ਤਾਂ ਕੋ ਗਿਆਨ ਨਾ ਪਾਇਓ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੇ ਕਿ ਰਤਨ ਰਾਮ ਘਟ ਹੀ ਕੇ ਭੀਤਰ। ਰਤਨ ਬਹੁਤ ਕੀਮਤੀ ਇੱਕ ਵਸਤੂ, ਇੱਕ ਪੱਥਰ ਜਿੰਦੀ ਕੀਮਤ ਨਹੀਂ ਸੰਸਾਰ 'ਚ ਦਿੱਤੀ ਜਾ ਸਕਦੀ। ਕਿਉਂਕਿ ਜਦੋਂ ਰੱਬ ਦਾ ਨਾਮ ਦੀ ਗੱਲ ਕੀਤੀ ਕਿ ਰਤਨ ਰਾਮ, ਰਾਮ ਰੂਪੀ ਰਤਨ, ਨਾਮ ਰੂਪੀ ਰਤਨ, ਰੱਬ ਦਾ ਨਾਮ ਇੱਕ ਰਤਨ ਵਾਂਗ ਹੈ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਮਹਾਰਾਜ ਕਹਿੰਦੇ ਨੇ ਰਤਨ ਰਾਮ ਘਟ ਹੀ ਕੇ ਭੀਤਰ। ਘਟ ਹੀ ਦੇ ਅਰਥ ਨੇ ਹਿਰਦੇ ਦੇ ਅੰਦਰ। ਰਤਨ ਰਾਮ ਨਾਮ ਰੂਪੀ ਰਤਨ ਜਿਹੜਾ ਤੇਰੇ ਹਿਰਦੇ ਦੇ ਵਿੱਚ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤਾਂ ਕੋ ਗਿਆਨ ਨਾ ਪਾਇਓ। ਉਹਦੀ ਤੈਨੂੰ ਸਮਝ ਨਹੀਂ ਮਿਲੀ, ਉਹਨੂੰ ਤੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਉਸ ਰਤਨ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਨ ਨਾਨਕ ਭਗਵੰਤ ਭਜਨ, ਬਿਨ ਬਿਰਥਾ ਜਨਮ ਗਵਾਇਓ। ਬਿਨਾਂ ਉਸ ਭਗਵੰਤ ਤੋਂ, ਬਿਨਾਂ ਉਸ ਮਾਲਕ ਦੇ ਭਜਨ ਤੋਂ, ਬਿਨਾਂ ਉਹਦੀ ਬੰਦਗੀ ਕੀਤਿਆਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਬਿਰਥਾ ਜਨਮ ਗਵਾਇਓ। ਮਹਾਰਾਜ ਕਹਿੰਦੇ ਨੇ ਇਹ ਜਨਮ ਜਿਹੜਾ ਹੈ ਉਹ ਵਿਅਰਥ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਅੱਗੇ ਫਿਰ ਕਿਰਪਾ ਕੀਤੀ। ਮਹਾਰਾਜ ਕਿਵੇਂ ਫਿਰ ਉਹਦੇ ਰੱਬ ਨੂੰ ਨਾਮ ਜਪੀਏ ਸੱਚੇ ਪਾਤਸ਼ਾਹ। ਮਹਾਰਾਜ ਕਿਵੇਂ ਉਹਦੀ ਲੀਨਤਾ ਪ੍ਰਾਪਤ ਹੋਵੇ। ਮਹਾਰਾਜ ਫਿਰ ਸ਼ਬਦ ਉਚਾਰਨ ਕਰਦੇ ਨੇ, ਮਨ ਰੇ ਸਾਚਾ ਗਹੋ ਵਿਚਾਰਾ। ਵਿਚਾਰਾ ਤੋਂ ਭਾਵ ਕਿ ਉਹਦੇ ਨਾਮ ਨੂੰ ਹਿਰਦੇ ਵਿੱਚ ਪਕੜ ਲੈਣਾ ਕਰ, ਫੜ ਲੈਣਾ ਕਰ। ਸਾਚਾ ਗਹੋ ਵਿਚਾਰਾ ਸੰਬੋਧਨ ਮਨ ਨੂੰ ਕਰਕੇ ਮਹਾਰਾਜ ਆਖਦੇ ਨੇ, ਹੇ ਮਨਾ ਉਸ ਸੱਚੇ ਨੂੰ ਤੂੰ ਮਨ ਦੇ ਵਿੱਚ ਫੜਨਾ ਕਰ, ਉਹਦੀ ਸੱਚੇ ਦੀ ਵਿਚਾਰ ਨੂੰ ਮਨ ਦੇ ਵਿੱਚ ਧਾਰਨ ਕਰਨਾ ਕਰ। ਰਾਮ ਨਾਮ ਬਿਨ ਮਿਥਿਆ ਮਾਨੋ, ਸਗਰੋ ਇਹ ਸੰਸਾਰਾ। ਨਾਮ ਤੋਂ ਬਗੈਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਸੰਸਾਰ ਜਿਹੜਾ ਹੈ ਇਹ ਮਿਥਿਆ ਹੈ। ਜੋ ਦਿਸਦਾ ਹੈ ਇਹ ਬਿਨਸ ਜਾਂਦਾ ਹੈ, ਜੋ ਆਇਆ ਹੈ ਉਹ ਚਲੇ ਜਾਂਦਾ ਹੈ, ਜੋ ਬਣਿਆ ਹੈ ਉਹ ਢੱਠ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਮਿਥਿਆ ਹੈ। ਜਿਹੜੀ ਚੀਜ਼ ਦਿਖਾਈ ਸਾਨੂੰ ਅੱਖਾਂ ਦੇ ਨਾਲ ਦੇ ਰਹੀ ਹੈ, ਮਹਾਰਾਜ ਕਹਿੰਦੇ ਨੇ ਇਹ ਹਰ ਇੱਕ ਵਸਤੂ ਮਿਥਿਆ ਹੈ। ਕੋਈ ਸਾਡੇ ਤੋਂ ਪਹਿਲੋਂ ਚੀਜ਼ ਬਿਨਸ ਜਾਂਦੀ ਹੈ ਤੇ ਕੁਝ ਚੀਜ਼ਾਂ ਤੋਂ ਪਹਿਲਾਂ ਅਸੀਂ ਬਿਨਸ ਜਾਣਾ। ਮਹਾਰਾਜ ਕਹਿੰਦੇ ਨੇ ਰਾਮ ਨਾਮ ਬਿਨ, ਨਾਮ ਤੋਂ ਬਗੈਰ, ਪਰਮਾਤਮਾ ਤੋਂ ਬਗੈਰ ਮਿਥਿਆ ਮਾਨੋ। ਮਿਥਿਆ ਜਾਣ ਲਓ, ਝੂਠ ਜਾਣ ਲਓ, ਬਿਨਸਨਹਾਰ ਮੰਨ ਲਓ। ਸਗਰੋ ਇਹ ਸੰਸਾਰਾ, ਇਹ ਸਾਰਾ ਸੰਸਾਰ ਹੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਮਿੱਥ ਦੇ ਵਿੱਚ ਬੱਝਿਆ ਹੋਇਆ ਹੈ। ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਾਂ ਕੋ ਜੋਗੀ ਖੋਜਤ ਹਾਰੇ, ਪਾਇਓ ਨਾਹੀਂ ਤਹਿ ਪਾਰਾ। ਉਹ ਪਰਮਾਤਮਾ ਬੇਅੰਤ ਹੈ, ਅਸੀਮ ਹੈ, ਅਗੰਮ ਹੈ, ਅਲੱਖ ਹੈ। ਸਾਡੇ ਸਮਰੱਥਾ ਨਹੀਂ ਕਿ ਅਸੀਂ ਉਹਦੇ ਪਾਰਲੇ ਬੰਨੇ ਨੂੰ ਪ੍ਰਾਪਤ ਕਰ ਸਕੀਏ। ਅਸੀਂ ਉਰਾਰ ਨੂੰ ਹੀ ਪ੍ਰਾਪਤ ਕਰ ਲਈਏ ਤੇ ਸਾਡੀ ਖੁਸ਼ਕਿਸਮਤੀ ਹੋ ਸਕਦੀ ਹੈ ਕਿ ਸਾਨੂੰ ਉਰਾਰ ਮਿਲ ਗਿਆ, ਸਾਨੂੰ ਉਹਦਾ ਇੱਕ ਬੰਨਾ, ਉਹਦਾ ਲੜ ਪ੍ਰਾਪਤ ਹੋ ਗਿਆ। ਪਰ ਜੇਕਰ ਸਾਨੂੰ ਪਰਮਾਤਮਾ ਦੀ ਅਸੀਂ ਇਹ ਆਖੀਏ ਕਿ ਪਾਰ ਪਾ ਸਕਦੇ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜਾਂ ਕੋ ਜੋਗੀ ਖੋਜਤ ਹਾਰੇ। ਜੋਗੀ ਲੱਭਦਿਆਂ ਰੱਬ ਦੇ ਅੰਤ ਨੂੰ ਉਹ ਹਾਰ ਗਏ, ਉਹ ਥੱਕ ਗਏ। ਪਰ ਇੰਨੇ ਜੋਗੀ ਕਹਿੰਦੇ ਨੇ ਜੇ ਸਭ ਮਿਲ ਕੇ ਆਖਣ ਪਾਹੇ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਸੀ, ਮਹਾਰਾਜ ਇਹ ਦੱਸੋ
ਕਿ ਸੰਸਾਰ ਦੇ ਉੱਪਰ ਇਕੱਲੇ ਜੋਗੀ ਨਹੀਂ, ਸਿੱਧ ਨੇ, ਸਮਾਧੀਆਂ ਲਾਉਣ ਵਾਲੇ ਨੇ, ਸੰਤ ਨੇ, ਬਹੁਤ ਸਾਰੇ ਭਗਤ ਨੇ, ਬੜੇ ਲੋਕ ਆਏ ਨੇ ਜਿਨ੍ਹਾਂ ਨੇ ਨਾਮ ਜਪਿਆ, ਸਾਧਨਾ ਕੀਤੀ, ਬੰਦਗੀ ਕੀਤੀ, ਸੇਵਾ ਕੀਤੀ, ਜਿਨ੍ਹਾਂ ਨੇ ਸਾਰਾ ਜੀਵਨ ਜਿਹੜਾ ਸੀ ਰੱਬ ਦੀ ਪ੍ਰਾਪਤੀ ਵਿੱਚ ਲਾਇਆ। ਤੇ ਜੇ ਇਹ ਸਾਰੇ ਇੱਕ ਬੰਦਾ ਨਹੀਂ ਆਖ ਸਕਦਾ ਰੱਬ ਦੀ ਵਡਿਆਈ ਨੂੰ, ਇੱਕ ਬੰਦਾ ਨਹੀਂ ਦੱਸ ਸਕਦਾ ਕਿ ਉਹ ਕਿੰਨਾ ਵੱਡਾ ਹੈ, ਕਿੰਨਾ ਵਿਸ਼ਾਲ ਹੈ, ਕਿੰਨੀ ਉਹਦੀ ਅਗੰਮਤਾ ਹੈ, ਕਿੰਨੀ ਉਹਦੀ ਬੇਅੰਤਤਾ ਹੈ। ਮਹਾਰਾਜ ਜੇਕਰ ਸਾਰੇ ਹੀ ਇਕੱਠੇ ਹੋ ਕਰਕੇ ਇਹ ਦੱਸਣ ਲੱਗ ਪੈਣ, ਫਿਰ ਤਾਂ ਉਹਦਾ ਅੰਤ ਪਾ ਸਕਦੇ ਆ ਨਾ, ਫਿਰ ਤੇ ਉਹਨੂੰ ਸੰਪੂਰਨ ਅਸੀਂ ਆਖ ਸਕਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਅਸੀਂ ਸਾਰੇ ਵੀ ਰਲ ਕੇ ਉਹਨੂੰ ਆਖਣਾ ਸ਼ੁਰੂ ਕਰ ਦਈਏ, ਨਾ ਤੇ ਅਸੀਂ ਉਹਨੂੰ ਵਡਿਆ ਸਕਦੇ ਹਾਂ ਤੇ ਨਾ ਛੁਟਿਆ ਸਕਦੇ ਹਾਂ। ਉਹ ਇੰਨਾ ਬੇਅੰਤ ਹੈ। ਮਹਾਰਾਜ ਕਹਿੰਦੇ ਨੇ, ਜਾਂ ਕੋ ਜੋਗੀ ਖੋਜਤ ਹਾਰੇ, ਪਾਇਓ ਨਾਹੇ ਤਹਿ ਪਾਰਾ। ਜੋਗੀ ਲੱਭਦਿਆਂ ਥੱਕ ਗਏ, ਪਰ ਉਸ ਪਰਮਾਤਮਾ ਦਾ ਪਾਰ ਨਹੀਂ ਪਾ ਸਕੇ। ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਇਹ ਵੀ ਬਖਸ਼ਿਸ਼ ਕੀਤੀ ਕਿ ਬ੍ਰਹਮੇ ਨੇ ਸਲਾਹ ਕੀਤੀ ਕਿ ਸ਼ਿਵ ਜੀ ਦੇ ਕੋਲ ਜਾਂਦੇ ਨੇ ਕਿ ਰੱਬ ਕਿੱਥੇ ਹੈ ਤੇ ਉਹਦਾ ਅੰਤ ਪਾ ਕੇ ਆਉਣਾ ਹੈ। ਫਿਰ ਵਿਸ਼ਨੂੰ ਦੇ ਕੋਲ ਗਏ, ਉਹਦਾ ਵੀ ਆਸ਼ੀਰਵਾਦ ਲੈ ਲਿਆ। ਬ੍ਰਹਮਾ ਜਿਹੜਾ ਸੀ ਰੱਬ ਨੂੰ ਲੱਭਣ ਵਾਸਤੇ ਤੁਰ ਪਿਆ ਕਿ ਮੈਂ ਅੱਜ ਉਹਦਾ ਅੰਤ ਪਾ ਕੇ ਆਉਣਾ। ਜਿਸ ਨਲੀ ਦੇ ਵਿੱਚੋਂ ਬ੍ਰਹਮਾ ਜੀ ਦਾ ਜਨਮ ਹੋਇਆ ਸੀ, ਕਮਲ ਨਾਭ ਦੇ ਵਿੱਚੋਂ, ਉਸ ਨਲੀ ਦੇ ਵਿੱਚ ਡਿੱਗ ਪਏ ਤੇ ਕਈ ਯੁੱਗ ਜਿਹੜੇ ਸੀ ਉਸੇ ਨਲੀ ਦੇ ਵਿੱਚ ਹੀ ਤੁਰੇ ਫਿਰਦੇ ਰਹੇ। ਬਾਹਰ ਜਦੋਂ ਨਿਕਲੇ ਤੇ ਆ ਕੇ ਜਦੋਂ ਦੇਵਤਿਆਂ ਦੀ ਸਭਾ ਦੇ ਵਿੱਚ ਬੈਠੇ ਤੇ ਉਹਨਾਂ ਨੇ ਪੁੱਛਿਆ, ਕਹਿੰਦੇ ਰੱਬ ਦਾ ਅੰਤ ਮਿਲਿਆ? ਬ੍ਰਹਮਾ ਜੀ ਕਹਿੰਦੇ ਨਹੀਂ। ਫਿਰ ਕਹਿੰਦੇ ਕੀ ਲੱਭਾ? ਕਹਿੰਦੇ ਬਸ ਨੇਤ, ਬਸ ਉਹ ਬੇਅੰਤ ਹੈ, ਬਸ ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਨੇਤ ਬਨ ਤ੍ਰਿਨ ਕਹਿਤ, ਉਹਨੂੰ ਬੇਅੰਤ ਕਹਿ ਕਰਕੇ ਹੀ ਅਸੀਂ ਵਡਿਆ ਸਕਦੇ ਹਾਂ। ਜਾਂ ਕੋ ਜੋਗੀ ਖੋਜਤ ਹਾਰੇ, ਪਾਇਓ ਨਾਹੀਂ ਤਹਿ ਪਾਰਾ। ਮਹਾਰਾਜ ਕਹਿੰਦੇ ਨੇ, ਉਹਦੀ ਯਾਦ ਮਿਲ ਜਾਣੀ ਹੀ ਉਹਦਾ ਮਿਲ ਜਾਣਾ ਹੈ। ਪਰ ਜੇਕਰ ਕੋਈ ਸੋਚੇ ਕਿ ਅਸੀਂ ਉਹਦਾ ਅੰਤ ਲੱਭਣਾ ਹੈ ਤੇ ਮਹਾਰਾਜ ਕਹਿੰਦੇ ਨਹੀਂ, ਜੋਗੀ ਤਪੱਸਿਆ ਕਰ ਕਰਕੇ, ਸਾਧਨਾ ਕਰ ਕਰਕੇ, ਆਸਨ ਵੱਖਰੇ ਲਾ ਕਰਕੇ ਉਹ ਥੱਕ ਹਾਰ ਗਏ, ਪਰ ਰੱਬ ਦਾ ਪਾਰ ਨਹੀਂ ਲੱਭਿਆ। ਸੋ ਸੁਆਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਉਹ ਲੱਭਦੇ ਰਹੇ, ਮਹਾਰਾਜ ਕਹਿੰਦੇ ਉਹਨਾਂ ਨੂੰ ਲੱਭਦਾ ਨਹੀਂ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਸੋ ਸੁਆਮੀ ਤੁਮ ਨਿਕਟ ਪਛਾਨੋ, ਤੁਹਾਡੇ ਕੋਲ ਬੈਠਾ ਹੋਇਆ ਰੱਬ ਹੈ, ਤੁਹਾਡੇ ਅੰਦਰ ਬੈਠਾ ਹੋਇਆ, ਉਹਨੂੰ ਪਛਾਣ ਲਓ। ਰੂਪ ਰੇਖ ਤੇ ਨਿਆਰਾ, ਕਿਉਂਕਿ ਬਾਹਰੋਂ ਲੱਭਣ ਵਾਲੇ ਉਹਦੇ ਰੂਪ ਨੂੰ, ਉਹਦੇ ਰੰਗ ਨੂੰ, ਉਹਦੇ ਸਰੀਰ ਨੂੰ ਲੱਭਦੇ ਪਏ ਨੇ। ਪਰ ਮਹਾਰਾਜ ਕਹਿੰਦੇ ਨੇ, ਰੂਪ ਰੇਖ ਤੇ ਨਿਆਰਾ, ਨਾ ਤੇ ਉਹਦਾ ਕੋਈ ਵੱਖਰਾ ਰੂਪ ਹੈ, ਨਾ ਰੇਖ ਹੈ, ਨਾ ਹੱਥ ਦੀਆਂ ਲਕੀਰਾਂ ਨੇ, ਨਾ ਸੰਖੰ, ਨਾ ਚੱਕਰੰ, ਨਾ ਗਦਾ, ਨਾ ਸਿਆਮੰ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ, ਜਿਹੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋਜ ਕਹੀਜੈ। ਮਹਾਰਾਜ ਉਹ ਪ੍ਰਕਾਸ਼ ਰੂਪ ਹੈ, ਉਹਦੇ ਚੱਕਰ ਚਿੰਨ ਨਹੀਂ, ਉਹ ਸਾਡੇ ਵਾਂਗੂ ਹੱਥ ਪੈਰ ਵਾਲਾ ਨਹੀਂ, ਉਹ ਤੇ ਜੋਤ ਸਰੂਪ ਹੈ, ਪ੍ਰਕਾਸ਼ ਰੂਪ ਹੈ। ਪਾਵਨ ਨਾਮ ਜਗਤ ਮੈਂ ਹਰ ਕੋ, ਕਬਹੂ ਨਾਹੇ ਸੰਭਾਰਾ। ਮਹਾਰਾਜ ਕਹਿੰਦੇ ਨੇ, ਪਾਵਨਾ ਚੋਂ ਮਹਾ ਪਵਿੱਤਰ ਨਾਮ ਜਿਹੜਾ ਹੈ, ਉਹਨੂੰ ਤੂੰ ਹਿਰਦੇ ਵਿੱਚ ਜਪਨਾ ਨਹੀਂ ਕੀਤਾ। ਨਾਨਕ ਸਰਨ ਪਰਿਓ ਜਗ ਬੰਧਨ, ਰਾਖੋ ਬਿਰਦ ਤੁਹਾਰਾ। ਮਹਾਰਾਜ ਕਹਿੰਦੇ ਇੱਕ ਅਰਦਾਸ ਹੈ ਕਿ ਹੇ ਪ੍ਰਮਾਤਮਾ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਨਾਨਕ ਸਰਨ ਪਰਿਓ ਜਗ ਬੰਧਨ। ਮਹਾਰਾਜ ਇਹ ਜਗ ਬੰਧਨ ਨੇ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਰਾਖੋ ਬਿਰਦ ਤੁਹਾਰਾ, ਇਹ ਤੁਹਾਡਾ ਸੁਭਾਅ ਹੈ। ਬਿਰਦ ਦੇ ਅਰਥ ਹੁੰਦੇ ਨੇ ਸੁਭਾਅ, ਇਹ ਤੁਹਾਡਾ ਸੁਭਾਅ ਹੈ। ਜਿਹੜਾ ਸ਼ਰਨ ਵਿੱਚ ਆਉਂਦਾ ਹੈ ਤੁਸੀਂ ਉਹਨੂੰ ਰੱਖ ਲੈਂਦੇ ਹੋ, ਜਨਮ ਮਰਨ ਦੇ ਗੇੜ 'ਚੋਂ ਮੁਕਤੀ ਕਰ ਦਿੰਦੇ ਹੋ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦਾ ਅਗਲੀਰਾ ਇਤਿਹਾਸ ਜੀਵਨ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ, ਕਿਉਂਕਿ ਮਹਾਰਾਜ ਫਿਰ ਪਟਨੇ ਤੋਂ ਪੰਜਾਬ ਦੀ ਧਰਤੀ 'ਤੇ ਆਏ, ਅਨੰਦਪੁਰ ਸਾਹਿਬ ਆਏ, ਫਿਰ ਪੰਡਤ ਕਸ਼ਮੀਰੀਆਂ ਨੇ ਵੀ ਚੱਲ ਕੇ ਸਤਿਗੁਰ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣਾ। ਮਹਾਰਾਜ ਜੀ ਨੇ ਸ਼ਹਾਦਤ ਵੀ ਦੇਣੀ ਔਰ ਸੀਸ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਤੱਕ ਵਾਪਸ ਆਉਂਦਾ ਹੈ। ਇਹ ਸਾਰਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਜੀ। ਅਰਦਾਸ ਕਰੀਏ, ਸਤਿਗੁਰ ਮਹਾਰਾਜ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇਗ ਬਹਾਦਰ ਸਿਮਰਿਐ ਕਰਨੋ ਨਿਤ ਆਵੇ ਤਾਏ ਤੇਗ ਬਹਾਦਰ